ਹਾਊ ਆਰ ਯੂ। ਸੋ ਬੇਟਾ ਅੱਜ ਆਪਾਂ 8ਵੀਂ ਜਮਾਤ ਦਾ ਆਪਣਾ ਇਤਿਹਾਸ ਦਾ 10ਵਾਂ ਚੈਪਟਰ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਉਹਦੇ ਬਾਰੇ ਪੜ੍ਹਾਂਗੇ। ਇਹ ਚੈਪਟਰ ਬਹੁਤ ਇੰਪੋਰਟੈਂਟ ਚੈਪਟਰ ਹੈ, ਥੋੜਾ ਲੈਂਥੀ ਚੈਪਟਰ ਹੈ, ਇਸ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਦੋ ਪੋਰਸ਼ਨ ਦੇ ਵਿੱਚ ਪੜ੍ਹਿਆ ਜਾਵੇ। ਸੋ ਪਹਿਲੇ ਪੋਰਸ਼ਨ ਦੇ ਵਿੱਚ ਆਪਾਂ ਮੁੱਖ ਲੜਾਈਆਂ ਪੜ੍ਹਾਂਗੇ, ਦੂਸਰੇ ਪੋਰਸ਼ਨ ਦੇ ਵਿੱਚ ਆਪਾਂ ਜਾ ਕੇ ਈਸਟ ਇੰਡੀਆ ਕੰਪਨੀ ਦਾ ਭਾਰਤ ਵਿੱਚ ਕਿਸ ਤਰ੍ਹਾਂ ਵਿਸਥਾਰ ਹੋਇਆ ਉਹਦੇ ਬਾਰੇ ਪੜ੍ਹਾਂਗੇ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਸਲਾਈਡਸ ਪਸੰਦ ਆਉਣਗੀਆਂ। ਆਪਣੇ ਨਾਲ ਪੈਨ ਪੈਨਸਲ ਕੋਲੇ ਰੱਖਿਓ, ਕੁਝ ਇੰਪੋਰਟੈਂਟ ਚੀਜ਼ਾਂ ਨੇ ਉਹ ਨੋਟ ਕਰੀ ਚੱਲਿਓ ਤਾਂ ਜੋ ਤੁਹਾਨੂੰ ਉਹ ਆਸਾਨੀ ਹੋ ਜੇ ਉਹਨਾਂ ਨੂੰ ਯਾਦ ਕਰਨਾ। ਚਲੋ ਆਪਾਂ ਪੜ੍ਹਦੇ ਹਾਂ ਅੱਜ ਆਪਣਾ 10ਵਾਂ ਚੈਪਟਰ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਹੈਲੋ ਸਟੂਡੈਂਟਸ, ਸੋ ਅੱਜ ਆਪਾਂ 8ਵੀਂ ਜਮਾਤ ਦਾ ਜਿਹੜਾ 10ਵਾਂ ਚੈਪਟਰ ਹੈ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਸ਼ਕਤੀ ਦੀ ਸਥਾਪਨਾ ਉਹਦੇ ਬਾਰੇ ਪੜ੍ਹਾਂਗੇ। ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਪ੍ਰਾਚੀਨ ਕਾਲ ਤੋਂ ਹੀ ਜਿਹੜਾ ਸਾਡਾ ਦੇਸ਼ ਹੈ ਇਹ ਯੂਰਪ ਨਾਲ ਵਪਾਰ ਕਰਦਾ ਹੁੰਦਾ ਸੀ। ਯੂਰਪ ਨਾਲ ਵਪਾਰ ਕਰਨ ਵਾਸਤੇ ਸਾਡੇ ਮੁੱਖ ਤੌਰ 'ਤੇ 3 ਰਸਤੇ ਹੁੰਦੇ ਸੀ। ਇੱਕ ਤਾਂ ਅਫਗਾਨਿਸਤਾਨ, ਕੈਸਪੀਅਨ ਸਾਗਰ ਅਤੇ ਕਾਲਾ ਸਾਗਰ ਦੇ ਰਸਤਾ, ਇੱਕ ਈਰਾਨ ਇਰਾਕ ਦੇ ਰਾਹੀਂ ਰਸਤਾ ਜਾਂਦਾ ਸੀ ਜੋ ਸੀਰੀਆ ਹੋ ਕੇ ਜਾਂਦਾ ਸੀ, ਇੱਕ ਰਸਤਾ ਹੁੰਦਾ ਸੀ ਹਿੰਦ ਮਹਾਸਾਗਰ, ਅਰਬ ਸਾਗਰ, ਲਾਲ ਸਾਗਰ ਤੋਂ ਮਿਸਰ ਦੇ ਰਾਹੀਂ ਹੋ ਕੇ ਜਾਂਦਾ ਹੁੰਦਾ ਸੀ। ਪਰੰਤੂ 15ਵੀਂ ਸਦੀ ਦੇ ਵਿੱਚ ਜਦੋਂ ਪੱਛਮੀ ਏਸ਼ੀਆ ਅਤੇ ਦੱਖਣ ਪੂਰਬੀ ਯੂਰਪ ਦੇ ਪ੍ਰਦੇਸ਼ਾਂ ਦੇ ਵਿੱਚ ਤੁਰਕਾਂ ਦਾ ਸਾਮਰਾਜ ਸਥਾਪਿਤ ਹੋ ਗਿਆ ਤਾਂ ਉਹਨਾਂ ਨੇ ਰਸਤੇ ਇੱਕ ਵਾਰ ਬਲੌਕ ਕਰਤੇ। ਤਾਂ ਨਵੇਂ ਰਸਤਿਆਂ ਦੀ ਖੋਜ ਕਰਨ ਦੇ ਲਈ ਇੱਕ ਪੁਰਤਗਾਲੀ ਜਿਹੜੇ ਸੀਗੇ, ਪੁਰਤਗਾਲੀਆਂ ਦੇ ਵਿੱਚੋਂ ਇੱਕ ਉਹਨਾਂ ਦਾ ਵਾਸਕੋ ਡੀ ਗਾਮਾ ਪੁਰਤਗਾਲੀ ਸੀਗਾ ਕਪਤਾਨ। ਵਾਸਕੋ ਡੀ ਗਾਮਾ ਕੌਣ ਸੀ? ਪੁਰਤਗਾਲੀ ਇੱਕ ਕਪਤਾਨ ਸੀ ਵਾਸਕੋ ਡੀ ਗਾਮਾ। ਇਹਨੇ ਸਮੁੰਦਰ ਦੇ ਰਸਤੇ ਲੱਭਣਾ ਸ਼ੁਰੂ ਕੀਤਾ ਤਾਂ ਇਹ 27 ਮਈ 1498, ਇਹ ਮਿਤੀ ਧਿਆਨ ਨਾਲ ਯਾਦ ਕਰਿਓ, 27 ਮਈ 1498 ਨੂੰ ਸਮੁੰਦਰ ਦੇ ਰਸਤੇ ਭਾਰਤ ਦੇ ਕਾਲੀਕਟ ਨਾਮਕ ਸਥਾਨ ਤੇ ਪਹੁੰਚਿਆ ਸੀ। ਸੋ ਬੇਟਾ ਇਹ ਬੜਾ ਇੰਪੋਰਟੈਂਟ ਹੈ, ਇਹਨੂੰ ਯਾਦ ਰੱਖਣਾ ਹੈ। ਪੁਰਤਗਾਲੀ, ਪਹਿਲਾ ਪੁਰਤਗਾਲੀ ਕੌਣ ਸੀ? ਭਾਰਤ ਆਉਣ ਵਾਲਾ ਵਾਸਕੋ ਡੀ ਗਾਮਾ। ਕਿਹੜੀ ਮਿਤੀ ਨੂੰ ਆਇਆ ਸੀ? 27 ਮਈ 1498 ਨੂੰ ਕਾਲੀਕਟ ਨਾਮ ਦੇ ਸਥਾਨ ਤੇ ਪਹੁੰਚਿਆ ਸੀ। ਅੱਜ ਕੱਲ੍ਹ ਇਹ ਕਾਲੀਕਟ ਕੇਰਲ ਦੇ ਵਿੱਚ, ਕੇਰਲ ਰਾਜ ਦੇ ਵਿੱਚ ਸਥਿਤ ਇੱਕ ਬੰਦਰਗਾਹ ਹੈ। ਇਹ ਉੱਥੇ ਇਹ ਪੁਰਤਗਾਲੀ ਭਾਰਤ ਵਿੱਚ ਸਮੁੰਦਰੀ ਰਸਤੇ ਰਾਹੀਂ ਸਭ ਤੋਂ ਪਹਿਲਾਂ ਪਹੁੰਚਿਆ ਸੀ, ਜਿਸ ਨੇ ਸਮੁੰਦਰੀ ਰਸਤੇ ਦੀ ਭਾਰਤ ਲਈ ਖੋਜ ਕੀਤੀ ਸੀ। ਸੋ ਵਪਾਰ ਸਾਡੇ ਯੂਰਪ ਨਾਲ ਚੱਲਦੇ ਰਹਿੰਦੇ ਸੀ। ਤਾਂ ਯੂਰਪ ਦੇ ਜਿਹੜੇ ਪ੍ਰਮੁੱਖ ਦੇਸ਼ ਸੀਗੇ, ਜਿਵੇਂ ਪੁਰਤਗਾਲੀ ਹੋਇਆ, ਡੱਚ ਹੋਏ, ਹੈ ਨਾ, ਪੁਰਤਗਾਲੀ ਡੱਚ ਹੋਏ, ਆਪਣੇ ਕੋਲੇ ਅੰਗਰੇਜ਼ ਹੋਏ, ਤਾਂ ਫਰਾਂਸੀਸੀ ਹੋਏ, ਇਹਨਾਂ ਨੇ ਭਾਰਤ ਵਿੱਚ ਵਪਾਰ ਕਰਨ ਵਾਸਤੇ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ਹੋਈਆਂ ਸੀ। ਭਾਰਤ ਨੂੰ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ। ਭਾਰਤ ਵਿੱਚ ਵਪਾਰ ਇਹਨਾਂ ਦਾ ਬੜਾ ਪ੍ਰਫੁੱਲਤ ਹੁੰਦਾ ਸੀ। ਸੋ ਇਹਨਾਂ 4 ਜਿਹੜੇ ਮੁੱਖ ਉਹ ਸੀ, ਇਹਨਾਂ ਨੇ ਭਾਰਤ ਵਿੱਚ ਵੱਖ-ਵੱਖ ਸਥਾਵਾਂ ਦੇ ਉੱਤੇ ਆਪਦੀਆਂ ਬਸਤੀਆਂ ਸਥਾਪਿਤ ਕੀਤੀਆਂ, ਜਿਹਦੇ ਵਿੱਚ ਪੁਰਤਗਾਲੀ ਨੂੰ ਦੇਖੋ ਗੋਆ, ਦਮਨ, ਸਾਲਸੈਟ, ਬਾਸੀਨ, ਮੁੰਬਈ, ਸੈਟ ਟਾਮ, ਹੁਗਲੀ, ਇਹਨਾਂ ਥਾਵਾਂ 'ਤੇ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ਹੋਈਆਂ ਸੀ। ਡੱਚ ਦੀਆਂ ਸੀਗੀਆਂ ਕੋਚੀਨ, ਸੂਰਤ, ਨਾਗਾਪਟਨਮ, ਪੁਲੀਕਟ, ਚਿੰਨਸੁਰਾ, ਇਹ ਸਾਰੀਆਂ ਡੱਚ ਵਾਲਿਆਂ ਦੀਆਂ ਸੀਗੀਆਂ। ਫਿਰ ਜਿਹੜੇ ਪ੍ਰਮੁੱਖ ਸੀਗੇ ਅੰਗਰੇਜ਼ੀ ਜਿਹੜੀਆਂ ਬਸਤੀਆਂ ਸੀਗੀਆਂ ਉਹ ਕਿੱਥੇ ਕਿੱਥੇ ਸੀਗੀਆਂ? ਦੇਖੋ ਸੂਰਤ ਵਿੱਚ ਸੀਗੀਆਂ, ਅਹਿਮਦਾਬਾਦ, ਬੜੌਚ, ਆਗਰਾ, ਮੁੰਬਈ, ਜਿਹਨੂੰ ਅੱਜ ਕੱਲ੍ਹ ਬੰਬਈ ਅੱਜ ਕੱਲ੍ਹ ਮੁੰਬਈ ਬੋਲਦੇ ਆ, ਕਲਕੱਤਾ, ਇਹ ਸਾਰੀਆਂ ਸੀਗੀਆਂ ਅੰਗਰੇਜ਼ਾਂ ਦੇ ਅਧੀਨ ਅਤੇ ਬਸਤੀਆਂ ਅੰਗਰੇਜ਼ਾਂ ਨੇ ਸਥਾਪਿਤ ਕੀਤੀਆਂ ਹੋਈਆਂ ਸੀ। ਇਹਨਾਂ ਦੇ ਨਾਲ ਫਰਾਂਸੀ ਦੀ ਜਿਹੜੀ ਇੱਕ ਸ਼ਕਤੀ ਹੋਰ ਸੀਗੀ ਯੂਰਪ 'ਚੋਂ ਆਈ ਵੀ, ਉਹਨਾਂ ਨੇ ਪੌਂਡੀਚੇਰੀ, ਚੰਦਰਨਗਰ, ਕਲਿਕਟ, ਇਹ ਵੱਖ-ਵੱਖ ਜਿਹੜੇ ਦੇਸ਼ਾਂ ਨੇ ਭਾਰਤ ਵਿੱਚ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ਸੀ ਵਪਾਰ ਕਰਨ ਵਾਸਤੇ, ਉਹਨਾਂ ਦੇ ਸਥਾਨ ਨੇ। ਇਸ ਤਰ੍ਹਾਂ ਯੂਰਪੀਅਨ ਜਿਹੜੇ ਕੰਟਰੀ ਸੀ ਉਹ ਭਾਰਤ ਵਿੱਚ ਵਪਾਰ ਕਰਨ ਆਏ, ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਆਪਣੀਆਂ ਬਸਤੀਆਂ ਸਥਾਪਿਤ ਕਰਤੀਆਂ। ਇਹਨਾਂ 'ਚੋਂ ਬੇਟਾ ਪ੍ਰਮੁੱਖ ਆਪਾਂ ਪੜ੍ਹਦੇ ਹਾਂ ਅੰਗਰੇਜ਼ਾਂ ਬਾਰੇ। ਇਹ ਮੈਪ ਆ ਗਿਆ ਜਿੱਥੇ ਇਹਨਾਂ ਨੇ ਬਸਤੀਆਂ ਭਾਰਤ ਵਿੱਚ ਸਥਾਪਿਤ ਕੀਤੀਆਂ ਸੀ। ਅੱਡ ਨਿਸ਼ਾਨ ਲੱਗੇ ਹੋਏ ਨੇ। ਸੋ ਤੁਸੀਂ ਇੱਥੋਂ ਵੀ ਇਹਨਾਂ ਦੀਆਂ ਬਸਤੀਆਂ ਦੇਖ ਸਕਦੇ ਹੋ ਵੀ ਕਿਹੜੀ ਬਸਤੀ ਕਿੱਥੇ ਕਿਹੜੀ ਸ਼ਕਤੀ ਨੇ ਸਥਾਪਿਤ ਕੀਤੀ ਸੀ। ਹੁਣ ਆਪਾਂ ਗੱਲ ਕਰਦੇ ਹਾਂ ਅੰਗਰੇਜ਼ਾਂ ਦੀ। ਸੋ ਬੇਟਾ ਇਹ ਬੜਾ ਇੰਪੋਰਟੈਂਟ ਹੈ। ਇੱਕ ਅੰਗਰੇਜ਼ਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਇੱਕ ਵਪਾਰੀ ਸੀਗੇ, ਮਰਚੈਂਟ ਐਡਵੈਂਚਰਸ ਨਾਮ ਦਾ ਇੱਕ ਵਪਾਰੀ ਗਰੁੱਪ ਸੀ। ਉਹਨਾਂ ਨੇ ਉਦੋਂ ਦੀ ਮਹਾਰਾਣੀ ਐਲਿਜ਼ਾਬੈਥ ਪਹਿਲੀ ਤੋਂ 15 ਸਾਲਾਂ ਵਾਸਤੇ ਭਾਰਤ ਵਿੱਚ ਵਪਾਰ ਕਰਨ ਦਾ ਏਕਾਧਿਕਾਰ ਪ੍ਰਾਪਤ ਕੀਤਾ। ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਇਹ, MCQ ਦੇ ਵਿੱਚ ਆ ਜਾਂਦਾ ਹੈ। ਤੁਹਾਡੀਆਂ ਜਿਹੜੀਆਂ 8ਵੀਂ ਦੇ ਬੇਸ 'ਤੇ NMMS ਦੀਆਂ ਪ੍ਰੀਖਿਆਵਾਂ ਹੁੰਦੀਆਂ ਉਹਦੇ ਬਾਅਦ 'ਚ ਵੀ ਆ ਜਾਂਦਾ ਹੈ ਵੀ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੂੰ ਸਥਾਪਿਤ ਕਰਨ ਵਾਸਤੇ ਪ੍ਰਵਾਨਗੀ ਕਿਹਨੇ ਦਿੱਤੀ ਸੀ? ਉਹ ਸੀ ਮਹਾਰਾਣੀ ਐਲਿਜ਼ਾਬੈਥ ਪਹਿਲੀ, ਹੈ ਨਾ। ਤੁਸੀਂ ਦੇਖਿਆ ਹੋਵੇ ਟੀਵੀ 'ਤੇ ਇੱਕ KVC ਦੇ ਨਾਮ ਦਾ ਸੀਰੀਅਲ ਆਉਂਦਾ ਹੁੰਦਾ ਸੀ, ਉਹਦੇ 'ਚ ਵੀ ਇਹ ਕੁਐਸਚਨ ਆਇਆ ਵਾ ਸੀ ਵੀ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੂੰ ਸਥਾਪਿਤ ਕਰਨ ਵਾਸਤੇ ਕਿਹਨੇ ਅਧਿਕਾਰ ਦਿੱਤਾ ਸੀ? ਮਹਾਰਾਣੀ ਐਲਿਜ਼ਾਬੈਥ ਪਹਿਲੀ, ਇੰਗਲੈਂਡ ਦੀ ਮਹਾਰਾਣੀ ਸੀ। ਪਹਿਲੀ ਨਾਲ ਲਿਖਣਾ ਜ਼ਰੂਰੀ ਹੈ। ਉਹਨੇ 15 ਸਾਲਾਂ ਵਾਸਤੇ ਇਹਨਾਂ ਨੂੰ, ਇਸ ਗਰੁੱਪ ਨੂੰ, ਹੈ ਨਾ, ਮਰਚੈਂਟ ਗਰੁੱਪ ਨੂੰ ਅਧਿਕਾਰ ਦਿੱਤਾ ਸੀ। ਤਾਂ ਇਹਨਾਂ ਨੇ 31 ਦਸੰਬਰ 1600, ਆਹ ਮਿਤੀ ਯਾਦ ਰੱਖਿਓ, ਇਸ ਦਿਨ ਭਾਰਤ ਵਿੱਚ ਕਾਹਦੀ ਸਥਾਪਨਾ ਕੀਤੀ ਗਈ ਸੀ? ਈਸਟ ਇੰਡੀਆ ਕੰਪਨੀ ਦੀ।
31 ਦਸੰਬਰ 1600 ਨੂੰ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ। ਕਾਹਦੇ ਵਾਸਤੇ ਕੀਤੀ ਗਈ ਸੀ? ਵਪਾਰ ਕਰਨ ਵਾਸਤੇ। ਸੋ ਉਰੋਂ ਈਸਟ ਇੰਡੀਆ ਕੰਪਨੀ ਦਾ ਸਫ਼ਰ ਭਾਰਤ ਵਿੱਚ ਸ਼ੁਰੂ ਹੁੰਦਾ ਹੈ। 15 ਸਾਲ ਪੂਰੇ ਹੋ ਗਏ ਵਪਾਰ ਕਰਦਿਆਂ ਨੂੰ। 15 ਸਾਲਾਂ ਤੋਂ ਮਗਰੋਂ ਫਿਰ ਇੱਕ ਅੰਗਰੇਜ਼ ਅਫਸਰ ਸਰ ਥਾਮਸ ਰॉ ਨੇ ਕੀ ਕੀਤਾ, ਜਹਾਂਗੀਰ, ਉਸ ਸਮੇਂ ਦਾ ਜਿਹੜਾ ਮੁਗਲ ਬਾਦਸ਼ਾਹ ਸੀ ਭਾਰਤ ਦੇ ਵਿੱਚ ਸੀ, ਉਹ ਸੀ ਜਹਾਂਗੀਰ ਦੇ ਦਰਬਾਰ 'ਚ ਪੇਸ਼ ਹੋਏ। ਉੱਥੇ ਪੇਸ਼ ਹੋ ਕੇ ਉਹਨਾਂ ਤੋਂ ਹੋਰ ਸਹੂਲਤਾਂ ਵਪਾਰ ਕਰਨ ਦੀਆਂ ਐਕਸਟੈਂਸ਼ਨ ਵਾਧਾ ਕੀਤਾ 15 ਸਾਲ ਤੋਂ ਗਾਹਾਂ ਵਾਲਾ। ਤਾਂ ਅੰਗਰੇਜ਼ਾਂ ਨੇ ਆਪਦੀਆਂ ਬਸਤੀਆਂ ਕਿੱਥੇ ਕਿਤੇ ਸਥਾਪਿਤ ਕਰਤੀਆਂ, ਸੂਰਤ, ਅਹਿਮਦਾਬਾਦ, ਬੜੌਚ, ਆਗਰੇ ਵਿਖੇ ਆਪਣੀਆਂ ਵਪਾਰਕ ਬਸਤੀਆਂ ਸਥਾਪਿਤ ਕਰਦੀਆਂ। ਇਸੇ ਲੜੀ ਦੇ ਵਿੱਚ ਅੱਗੇ ਵਧਦੇ ਹੋਏ, ਵਪਾਰ ਕਰਦੇ ਹੋਏ 1640 ਈਸਵੀ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਬਸਤੀ ਕਿੱਥੇ ਸਥਾਪਿਤ ਕਰ ਲਈ, ਮੈਦਰਾਸ, ਜਿਹਨੂੰ ਅੱਜ ਕੱਲ੍ਹ ਆਪਾਂ ਚੇਨਈ ਬੋਲਦੇ। ਸੋ ਇਸ ਤਰ੍ਹਾਂ ਹੌਲੀ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਦਾ ਵਿਸਤਾਰ ਭਾਰਤ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਆਪਣੀਆਂ ਨਵੀਆਂ ਬਸਤੀਆਂ ਸਥਾਪਿਤ ਕਰਦੇ ਕਰਾਉਂਦੇ ਫਿਰ ਮਿਤੀ ਆ ਗਈ ਇੱਕ 1690 ਈਸਵੀ। ਉਸ ਨੂੰ ਕਲਕੱਤੇ ਦੇ ਵਿੱਚ ਵੀ ਉਹਨਾਂ ਨੇ ਇੱਕ ਆਪਣੀ ਬਸਤੀ ਸਥਾਪਿਤ ਕਰ ਲਈ ਅੰਗਰੇਜ਼ਾਂ ਨੇ। ਕਲਕੱਤਾ, ਪੱਛਮੀ ਬੰਗਾਲ ਦੇ ਵਿੱਚ ਇਹ ਉਸ ਸਮੇਂ ਦੀ ਸਥਿਤੀ ਹੈ। ਬੰਗਾਲ ਦੇ ਵਿੱਚ ਕਾਫੀ ਜ਼ਿਆਦਾ ਇੰਪੋਰਟੈਂਟ ਵਪਾਰਕ ਕੇਂਦਰ ਸੀ। ਉੱਥੇ ਆਪਣੀ ਉਹਨਾਂ ਨੇ ਇੱਕ ਬਸਤੀ ਸਥਾਪਿਤ ਕੀਤੀ। ਉਹਦੇ ਨਾਲ ਇੱਕ ਫੋਰਟ ਵਿਲੀਅਮ ਨਾਮ ਦਾ ਕਿਲ੍ਹਾ ਵੀ ਉਹਨਾਂ ਨੇ ਅੰਗਰੇਜ਼ਾਂ ਨੇ ਉੱਥੇ ਸਥਾਪਿਤ ਕੀਤਾ ਤੇ ਆਪਣੇ ਵਪਾਰ ਦੇ ਵਿੱਚ ਪੈਰ ਜਮਾਉਣੇ ਹੌਲੀ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਅੰਗਰੇਜ਼ਾਂ ਦਾ ਵਿਸਤਾਰ ਭਾਰਤ ਦੇ ਵਿੱਚ ਕੰਪਨੀ ਦੇ ਰੂਪ ਦੇ ਵਿੱਚ ਹੁੰਦਾ ਗਿਆ। ਫਿਰ ਮਿਤੀ ਆਈ 1717 ਦੇ ਈਸਵੀ ਦੇ ਵਿੱਚ ਮੁਗਲ ਬਾਦਸ਼ਾਹ ਫਰੁਖਸ਼ੀਰ ਖਾਨ ਤੋਂ ਉਹਨਾਂ ਨੇ ਬੰਗਾਲ, ਬਿਹਾਰ ਅਤੇ ਉੜੀਸਾ ਇੱਥੇ ਬਿਨਾਂ ਕਰ ਤੋਂ ਜਿਹੜਾ ਵੀ ਬਿਨਾਂ ਚੂੰਗੀ ਦਿੱਤੇ ਉਹਨਾਂ ਨੇ ਵਪਾਰ ਕਰਨ ਦਾ ਅਧਿਕਾਰ ਪ੍ਰਾਪਤ ਕਰ ਲਿਆ। 3000 ਰੁਪਇਆ ਉਹਨਾਂ ਨੇ ਉਹਦੇ ਵਾਸਤੇ ਪੇ ਕੀਤਾ ਤੇ ਸਾਲਾਨਾ ਕਰ ਦੇ ਬਦਲੇ 3000 ਸਾਲਾਨਾ ਕਰ ਉਹਨੂੰ ਦਿੰਦੇ ਸੀ ਤੇ ਬਿਨਾਂ ਚੂੰਗੀ ਤੇ ਉੱਥੇ ਅੰਗਰੇਜ਼ਾਂ ਨੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਨਾਲ ਉਹਨਾਂ ਦਾ ਈਸਟ ਇੰਡੀਆ ਕੰਪਨੀ ਦਾ ਵਪਾਰ ਹੋਰ ਵੀ ਜ਼ਿਆਦਾ ਪ੍ਰਫੁੱਲਤ ਹੋ ਗਿਆ। ਹੁਣ ਬੇਟਾ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਪਿਛਲੀ ਸਲਾਈਡ ਦੇ ਵਿੱਚ ਆਪਾਂ ਦੇਖਿਆ ਸੀ ਦੋ ਮੇਨ ਬਸਤੀਆਂ ਜਿਹੜੀ ਆਪਾਂ ਦੇਖੋ ਆਹ ਸਲਾਈਡ ਦੇ ਵਿੱਚ ਅੰਗਰੇਜ਼ ਅਤੇ ਫਰਾਂਸੀਸੀ, ਇਹ ਦੋ ਅਜਿਹੀਆਂ ਸ਼ਕਤੀਆਂ ਸੀ ਜਿਨ੍ਹਾਂ ਨੇ ਭਾਰਤ ਵਿੱਚ ਆਪਣੇ ਵਪਾਰ ਨੂੰ ਪ੍ਰਫੁੱਲਤ ਕਰਨ ਵਾਸਤੇ ਇਹਨਾਂ ਨੂੰ ਸੰਘਰਸ਼ ਕਰਨਾ ਪਿਆ। ਕਿਉਂ? ਆਪਾਂ ਇੱਕ ਤਾਂ ਈਸਟ ਇੰਡੀਆ ਕੰਪਨੀ ਦੀ ਗੱਲ ਕੀਤੀ ਸੀ ਵੀ 31 ਦਸੰਬਰ 1600 ਨੂੰ ਭਾਰਤ ਵਿੱਚ ਸਥਾਪਿਤ ਕੀਤੀ। ਕਿਹਨਾਂ ਨੇ ਸਥਾਪਿਤ ਕੀਤੀ ਸੀ? ਅੰਗਰੇਜ਼ਾਂ ਨੇ। ਪਰ ਇੱਕ ਹੋਰ ਈਸਟ ਇੰਡੀਆ ਕੰਪਨੀ ਸੀ, ਫਰਾਂਸੀਸੀਆਂ ਦੀ ਈਸਟ ਇੰਡੀਆ ਕੰਪਨੀ। ਯਾਦ ਰੱਖਿਓ, ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ, MCQ ਦੇ ਵਿੱਚ ਆ ਜਾਂਦਾ ਹੈ। ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਭਾਰਤ ਵਿੱਚ ਕਦੋਂ ਹੋਈ ਸੀ? 1664 ਈਸਵੀ ਵਿੱਚ। ਇਹ ਕਿਹੜੀ ਸੀ? ਫਰਾਂਸੀਸੀ। ਇਹ ਵੀ ਇੱਕ ਸ਼ਕਤੀਸ਼ਾਲੀ ਬਸਤੀਆਂ ਸਥਾਪਿਤ ਕਰਨ ਵਾਲਾ ਦੇਸ਼ ਸੀ ਭਾਰਤ ਵਿੱਚ। ਇਹਨਾਂ ਨੇ ਆਪਣੀ ਈਸਟ ਇੰਡੀਆ ਕੰਪਨੀ, ਇਹਦਾ ਨਾਮ ਵੀ ਈਸਟ ਇੰਡੀਆ ਕੰਪਨੀ ਸੀ, ਬਸ ਇਹਦੇ ਨਾਲ ਕੀ ਲੱਗ ਗਿਆ, ਫਰਾਂਸੀਸੀ ਸ਼ਬਦ ਐਡ ਵੱਖਰਾ ਹੋ ਗਿਆ। ਸੋ ਇਹ ਕਦੋਂ ਹੋਈ ਸੀ? 1664 ਈਸਵੀ ਦੇ ਵਿੱਚ। ਇਹ ਯਾਦ ਰੱਖਣਾ ਹੈ, ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਭਾਰਤ ਵਿੱਚ ਕਦੋਂ ਹੋਈ? 1664 ਈਸਵੀ ਦੇ ਵਿੱਚ। ਇਹਨਾਂ ਦੀਆਂ ਮੁੱਖ ਬਸਤੀਆਂ ਸੀਗੀਆਂ ਚੰਦਨ ਨਗਰ, ਮਾਹੀ, ਕਾਲੀਕਰ ਬਸਤੀਆਂ, ਇਹ ਇਹਨਾਂ ਨੇ ਸਥਾਪਿਤ ਕੀਤੀਆਂ। ਮੈਪ ਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ, ਚੰਦਨ ਨਗਰ ਆ ਗਿਆ, ਉਰੇ ਪੌਂਡੀਚੇਰੀ ਆ ਗਿਆ, ਅਕਾਲੀਕਰ ਆ ਗਿਆ, ਮਾਹੀ ਆ ਗਿਆ, ਇਹ ਇਹਨਾਂ ਦੀਆਂ ਬਸਤੀਆਂ ਸੀ। ਇਹਨਾਂ ਦੇ ਦੋ ਗਵਰਨਰ ਸੀ, ਡੂਮਾ ਅਤੇ ਡੁਪਲੇ ਜਿਹੜੇ ਗਵਰਨਰ ਸੀ। ਇਹਨਾਂ ਦੀ ਅਗਵਾਈ ਦੇ ਵਿੱਚ ਇਸ ਕੰਪਨੀ ਨੇ ਵੀ ਬਹੁਤ ਸਾਰਾ ਆਪਣੀ ਉੱਨਤੀ ਇਸ ਦੇਸ਼ ਦੇ ਵਿੱਚ ਸਥਾਪਿਤ ਕਰਨ ਦੇ ਵਿੱਚ ਆਪਣੇ ਆਪ ਨੂੰ ਪ੍ਰਾਪਤ ਕੀਤੀ। ਹੁਣ ਦੇਖੋ, ਇੱਕ ਪਾਸੇ ਅੰਗਰੇਜ਼ੀ ਬਸਤੀਆਂ ਚੱਲ ਰਹੀਆਂ, ਇੱਕ ਪਾਸੇ ਫਰਾਂਸੀਸੀ ਬਸਤੀਆਂ ਚੱਲ ਰਹੀਆਂ, ਵਪਾਰ ਕਰਨ ਵਾਸਤੇ ਆਈਆਂ ਨੇ, ਤਾਂ ਉਹਨਾਂ ਦੇ ਵਿੱਚ ਸੰਘਰਸ਼ ਹੋਣਾ ਲਾਜ਼ਮੀ ਸੀ। ਸੋ ਹੌਲੀ ਇਹਨਾਂ ਦੇ ਵਿੱਚ ਸੰਘਰਸ਼ ਹੋਣਾ ਸ਼ੁਰੂ ਹੋਇਆ, ਜਿਹਦੇ ਕਰਕੇ ਇਹਨਾਂ ਦੇ ਵਿੱਚ ਯੁੱਧ ਵੀ ਹੋਣੇ ਸ਼ੁਰੂ ਹੋਏ। ਉਹ ਯੁੱਧ ਆਪਾਂ ਪੜਾਂਗੇ। ਉਹ ਯੁੱਧ ਸੀਗੇ ਐਂਗਲੋ ਫਰਾਂਸੀਸੀ ਦੁਸ਼ਮਣੀ। ਹੁਣ ਇਹ ਦੋ ਬਸਤੀਆਂ ਸੀ, ਦੋਨੇ ਭਾਰਤ ਵਿੱਚੋਂ ਵੱਧ ਤੋਂ ਵੱਧ ਫਾਇਦਾ ਕਮਾਉਣਾ ਚਾਹੁੰਦੀਆਂ ਸੀ, ਲਾਭ ਕਮਾਉਣਾ ਚਾਹੁੰਦੀਆਂ ਸੀ, ਤਾਂ ਉਹਨਾਂ ਆਪਸ ਦੇ ਵਿੱਚ ਸੰਘਰਸ਼ ਸ਼ੁਰੂ ਹੋ ਗਏ। ਇਹ ਐਂਗਲੋ ਵਰਡ ਨੂੰ ਬੜਾ ਤੁਸੀਂ ਸਮਝ ਲਓ, ਐਂਗਲੋ ਤੋਂ ਭਾਵ ਹੈ ਅੰਗਰੇਜ਼। ਐਂਗਲੋ ਫਰਾਂਸੀਸੀ ਆ ਗਿਆ। ਫਿਰ ਐਂਗਲੋ ਸਿੱਖ ਯੁੱਧ ਵੀ ਹੋਏ ਸੀ, ਉੱਥੇ ਯਾਦ ਰੱਖਿਓ, ਐਂਗਲੋ ਦਾ ਮਤਲਬ ਅੰਗਰੇਜ਼। ਸੋ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਵਿੱਚ 3 ਯੁੱਧ ਹੋਏ, ਜਿਨ੍ਹਾਂ ਨੂੰ ਅਸੀਂ ਕਰਨਾਟਕ ਦੇ ਯੁੱਧਾਂ ਦੇ ਨਾਲ ਜਾਣਦੇ ਹਾਂ। ਯਾਦ ਰੱਖਿਓ, ਕਰਨਾਟਕ ਦੇ ਕਿੰਨੇ ਯੁੱਧ ਹੋਏ ਸੀ? 3 ਯੁੱਧ ਹੋਏ ਸੀ। ਕਿਹਨਾਂ ਦੇ ਵਿੱਚ ਹੋਏ ਸੀ? ਅੰਗਰੇਜ਼ਾਂ ਅਤੇ ਫਰਾਂਸੀਸੀਆਂ ਯੁੱਧ ਦੇ ਵਿੱਚ ਹੋਏ ਸੀ। ਇਹ ਪਹਿਲਾ ਯੁੱਧ ਹੋਇਆ ਸੀ 1746 ਤੋਂ ਲੈ ਕੇ 1748 ਦੇ ਵਿੱਚ। ਗਵਰਨਰ ਡੁਪਲੇ ਸੀ ਫਰਾਂਸੀਸੀਆਂ ਦਾ, ਇਹ ਪਹਿਲਾ ਯੁੱਧ ਸੀ। ਇਸੇ ਤਰ੍ਹਾਂ ਕਰਨਾਟਕ ਦਾ ਇਹ ਐਕਚੁਅਲੀ ਇਹ ਯੁੱਧ ਕਿਉਂ ਹੁੰਦੇ ਸੀ? ਇਹ ਜਿਹੜੇ ਦੋਨੇ ਕੰਟਰੀ ਸੀ ਨਾ, ਫਰਾਂਸ ਅਤੇ ਇੰਗਲੈਂਡ, ਇਹ ਯੂਰਪ ਦੇ ਵਿੱਚ ਵੀ ਯੁੱਧ ਕਰਦੇ ਰਹਿੰਦੇ ਸੀ। ਉੱਥੇ ਇਹਨਾਂ ਦੇ ਜਦੋਂ ਉਹਨਾਂ ਦੇ ਯੁੱਧ ਸ਼ੁਰੂ ਹੋ ਜਾਂਦੇ, ਇਹ ਉਹਨਾਂ ਦੇ ਰੀਪ੍ਰੈਜ਼ੈਂਟੇਟਿਵ ਹੁੰਦੇ ਸੀ, ਇਹ ਭਾਰਤ ਵਿੱਚ ਯੁੱਧ ਸ਼ੁਰੂ ਕਰ ਦਿੰਦੇ ਸੀ, ਪੰਗਾ ਭਾਰਤ ਨੂੰ ਪੈ ਜਾਂਦਾ ਸੀ। ਸੋ ਇਸੇ ਤਰ੍ਹਾਂ ਕਰਨਾਟਕ ਦਾ ਦੂਸਰਾ ਯੁੱਧ ਹੋਇਆ 1749 ਤੋਂ ਲੈ ਕੇ 1754 ਤੱਕ ਚੱਲਿਆ। ਇਹਦੇ ਵਿੱਚ ਰਾਬਰਟ ਕਲਾਈਵ ਅੰਗਰੇਜ਼ਾਂ ਦਾ ਰੀਪ੍ਰੈਜ਼ੈਂਟੇਟਿਵ ਸੀ। ਜਿੱਤ ਇਹਨਾਂ ਦੇ ਵਿੱਚ ਅੰਗਰੇਜ਼ਾਂ ਦੀ ਹੋਈ। ਸੋ ਇਹਦੇ ਵਿੱਚੋਂ ਇਸੇ ਤਰ੍ਹਾਂ 1756 ਈਸਵੀ ਦੇ ਵਿੱਚ ਫਿਰ ਉੱਥੇ ਯੂਰਪ ਦੇ ਵਿੱਚ ਇੰਗਲੈਂਡ ਅਤੇ ਜਿਹੜਾ ਫਰਾਂਸ ਸੀਗਾ ਦਾ ਯੁੱਧ ਸ਼ੁਰੂ ਹੋ ਗਿਆ। ਇਹ ਯੁੱਧ ਇੰਨਾ ਭਿਆਨਕ ਸੀ ਵੀ ਇਹ 7 ਸਾਲ ਚੱਲਦਾ ਰਿਹਾ। ਇਹ 7 ਸਾਲ ਦੇ ਯੁੱਧ ਦੇ ਵਿੱਚ ਅੰਗਰੇਜ਼ਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਭਾਰਤ ਵਿੱਚ ਵੀ ਅਸੀਂ ਆਪਦਾ ਦਬਦਬਾ ਕਾਇਮ ਰੱਖੀਏ। ਉਹਨਾਂ ਨੇ ਕਾਊਂਟ ਡੀ ਨਾਮ ਦੇ ਜਿਹੜਾ ਫੋਰਟ ਸੀਗਾ, ਕਾਊਂਟ ਡੀ ਲਾਲੀ, ਇਸ ਨਾਮ ਦੇ ਆਪਣੇ ਗਵਰਨਰ ਜਨਰਲ ਨੂੰ ਵੀ ਭੇਜਿਆ ਵੀ ਫਰਾਂਸੀਸੀ ਸ਼ਕਤੀਆਂ ਨੂੰ ਖਾਤਮਾ ਕੀਤਾ ਜਾਵੇ, ਪਰ ਨਹੀਂ ਹੋਇਆ। ਇਹ ਯੁੱਧ ਕਾਫੀ ਲੰਬਾ ਚੱਲਿਆ ਗਿਆ।
ਫਿਰ 1763 ਈਸਵੀ ਦੇ ਵਿੱਚ ਜਾ ਕੇ ਯੂਰਪ ਦੇ ਵਿੱਚ ਇੰਗਲੈਂਡ ਅਤੇ ਫਰਾਂਸ ਦੇ ਵਿੱਚ ਇੱਕ ਸੰਧੀ ਹੋਈ, ਜਿਹਨੂੰ ਅਸੀਂ ਪੈਰਿਸ ਦੀ ਸੰਧੀ ਬੋਲਦੇ ਹਾਂ। ਬੜਾ ਇੰਪੋਰਟੈਂਟ ਹੈ ਵੀ ਕਰਨਾਟਕ ਦਾ ਤੀਸਰਾ ਯੁੱਧ ਕਿਹਦੇ ਨਾਲ ਸਥਾਪਿਤ ਹੋਇਆ? ਪੈਰਿਸ ਦੀ। ਹੁਣ ਪੈਰਿਸ ਤਾਂ ਯੂਰਪ ਹੈ, ਯੁੱਧ ਕਿੱਥੇ ਸਮਾਪਤ ਹੋ ਗਿਆ? ਕਰਨਾਟਕ ਦਾ। ਕਿਉਂ ਹੋਇਆ? ਕਿਉਂਕਿ ਬੇਟਾ ਦੇ ਪਿੱਛੇ ਬੈਕਗਰਾਊਂਡ ਉਹੀ ਹੈ, ਉਹ ਯੂਰਪ ਦੇ ਵਿੱਚ ਇੰਗਲੈਂਡ ਅਤੇ ਫਰਾਂਸ ਲੜ ਰਹੇ ਸੀ, ਉਹਨਾਂ ਦੀ ਆਪਸ ਸੰਧੀ ਹੋ ਗਈ, ਪੈਰਿਸ ਦੀ ਸੰਧੀ ਉਹਨੂੰ ਨਾਮ ਦਿੱਤਾ ਗਿਆ। ਜਦੋਂ ਉਹਨਾਂ ਦੀ ਵੀ ਸੰਧੀ ਹੋ ਗਈ ਤਾਂ ਉਹਨਾਂ ਦੀਆਂ ਸ਼ਕਤੀਆਂ ਸੀ ਜਿਹੜੀਆਂ ਭਾਰਤ ਵਿੱਚ, ਉਹਨਾਂ ਨੇ ਵੀ ਆਪਣਾ ਯੁੱਧ ਬੰਦ ਕਰ ਦਿੱਤਾ ਗਿਆ। ਪਰ ਇਹਦਾ ਸਿੱਟਾ ਕੀ ਨਿਕਲਿਆ? ਇਹਨਾਂ ਯੁੱਧਾਂ ਦਾ ਸਿੱਟਾ ਇਹੀ ਨਿਕਲਿਆ ਵੀ ਇਹਦੇ ਵਿੱਚ ਫਰਾਂਸੀਸੀਆਂ ਦਾ ਪ੍ਰਭਾਵ ਬਹੁਤ ਘਟ ਗਿਆ ਜਾਂ ਨਾਮਾਤਰ ਰਹਿ ਗਿਆ, ਖਤਮ ਹੋ ਗਿਆ। ਜਿਹੜੀ ਈਸਟ ਇੰਡੀਆ ਕੰਪਨੀ ਸੀ ਇੰਗਲੈਂਡ ਦੀ ਜਾਂ ਅੰਗਰੇਜ਼ਾਂ ਦੀ, ਉਹਦੀ ਸਰਵਉੱਚਤਾ ਕਾਇਮ ਹੋ ਗਈ। ਹੁਣ ਹੌਲੀ ਹੌਲੀ ਚੱਲਦੇ ਫਿਰ ਬੜੀ ਇੰਪੋਰਟੈਂਟ ਮਿਤੀ ਆ ਗਈ ਇਤਿਹਾਸ ਦੇ ਵਿੱਚ 1756। 1756 ਦੇ ਵਿੱਚ ਕੀ ਹੋਇਆ? ਸਰਾਜੂਦੋਲਾ ਬੇਟਾ ਬੰਗਾਲ ਦਾ ਨਵਾਬ ਬਣ ਗਿਆ। ਹੁਣ ਸਰਾਜੂਦੋਲਾ ਨਵਾਬ ਬਣ ਗਿਆ। ਬੰਗਾਲ ਜਿਹੜਾ ਸੀ ਸਾਡਾ, ਉਹ ਸਭ ਤੋਂ ਇੰਪੋਰਟੈਂਟ ਮਹੱਤਵਪੂਰਨ ਸਥਾਨ ਸੀ ਵਪਾਰਕ ਦੇ ਮਤ ਨਾਲ ਉਹ ਸਭ ਤੋਂ ਇੰਪੋਰਟੈਂਟ ਪੁਆਇੰਟ ਸੀ। ਉਹਨਾਂ ਨੇ ਫਰਾਂਸੀਸੀਆਂ ਅਤੇ ਅੰਗਰੇਜ਼ਾਂ ਨੇ ਉੱਥੇ ਵਿੱਚ ਕਿਲ੍ਹੇਬੰਦੀ ਬਣਾਉਣੀ ਸ਼ੁਰੂ ਕਰ ਦਿੱਤੀ ਆਪਣੀਆਂ ਬਸਤੀਆਂ ਸਥਾਪਿਤ ਕਰਨ ਵਾਸਤੇ ਪ੍ਰੋਪਰਲੀ। ਨਵਾਬ ਨੂੰ ਇਹ ਗੱਲ ਪਸੰਦ ਨਹੀਂ ਆਈ। ਨਵਾਬ ਨੇ ਦੋਨਾਂ ਨੂੰ ਰੋਕਿਆ, ਫਰਾਂਸੀਸੀਆਂ ਅਤੇ ਅੰਗਰੇਜ਼ਾਂ ਨੂੰ, ਵੀ ਤੁਸੀਂ ਇਹ ਕੰਮ ਨਾ ਕਰੋ। ਫਰਾਂਸੀਸੀਆਂ ਨੇ ਤਾਂ ਨਵਾਬ ਦੀ ਗੱਲ ਮੰਨ ਲਈ ਵੀ ਠੀਕ ਹੈ ਜੀ, ਅਸੀਂ ਬੰਦ ਕਰ ਦਿੰਦੇ ਹਾਂ। ਪਰ ਅੰਗਰੇਜ਼ ਕਹਿੰਦੇ ਸੀ ਅਸੀਂ ਬੜੇ ਸ਼ਕਤੀਸ਼ਾਲੀ ਹਾਂ, ਉਹਨਾਂ ਨੇ ਇਹ ਕਿਲ੍ਹੇਬੰਦੀ ਬੰਦ ਨਾ ਕੀਤੀ। ਗੁੱਸੇ 'ਚ ਆ ਕੇ ਨਵਾਬ ਨੇ ਅੰਗਰੇਜ਼ਾਂ ਦੀਆਂ ਕਈਆਂ ਬਸਤੀਆਂ 'ਤੇ ਕਬਜ਼ਾ ਕਰ ਲਿਆ। ਤਾਂ ਰਾਬਰਟ ਕਲਾਈਵ ਦੀਆਂ ਸੈਨਾ ਅਤੇ ਨਵਾਬ ਦੀ ਸੈਨਾ ਵਿੱਚ ਕਈ ਥਾਂ 'ਤੇ ਝੜਪਾਂ ਹੋਈਆਂ, ਤਾਂ ਕੁਝ ਬਸਤੀਆਂ ਉਹਨਾਂ ਨੇ ਵਾਪਸ ਵੀ ਲੈ ਲਈਆਂ। ਤਾਂ ਵਿੱਚ ਵਿਚਾਲੇ ਸਿੱਟਾ ਕੀ ਨਿਕਲਿਆ? ਇਹਨਾਂ ਨੂੰ ਰਾਬਰਟ ਕਲਾਈਵ ਅਤੇ ਨਵਾਬ ਨੂੰ ਆਪਸ ਸੰਧੀ ਕਰਨੀ ਪਈ। ਸੰਧੀ ਕਰਕੇ ਕੁਝ ਬਸਤੀਆਂ ਉਹਨਾਂ ਨੂੰ ਵਾਪਸ ਕਰਨੀਆਂ ਪਈਆਂ। ਪਰ ਇਹ ਜਿਹੜੀ ਸੰਧੀ ਸੀ, ਇਹ ਸੰਧੀ ਅੱਗੇ ਜਾ ਕੇ ਇੱਕ ਬਹੁਤ ਵੱਡੀ ਲੜਾਈ ਦਾ ਕਾਰਨ ਬਣੀ, ਜਿਸ ਲੜਾਈ ਨੂੰ ਅਸੀਂ ਪੰਜਾਬ ਦੇ ਇਤਿਹਾਸ ਦੇ ਵਿੱਚ ਪਲਾਸੀ ਦੀ ਲੜਾਈ ਦੇ ਨਾਮ ਨਾਲ ਜਾਣਦੇ ਹਾਂ। ਸੋ ਬੇਟਾ ਜੀ, ਪਲਾਸੀ ਦੀ ਪਹਿਲੀ ਲੜਾਈ ਹੋਈ 23 ਜੂਨ 1757 ਈਸਵੀ ਨੂੰ। ਇਹ ਯਾਦ ਰੱਖਣਾ ਹੈ, ਬੜਾ ਹੀ ਇੰਪੋਰਟੈਂਟ ਕੁਐਸਚਨ ਹੈ, ਬੜੀ ਹੀ ਇੰਪੋਰਟੈਂਟ ਡੇਟ ਹੈ। ਪਲਾਸੀ ਦੀ ਪਹਿਲੀ ਲੜਾਈ ਕਦੋਂ ਹੋਈ? 23 ਜੂਨ 1757 ਨੂੰ। ਕਿਹਦੇ ਵਿੱਚ ਹੋਈ? ਦੇਖੋ, ਇੱਕ ਤਾਂ ਸੀਗਾ ਬੰਗਾਲ ਦਾ ਨਵਾਬ ਸਰਾਜੂਦੋਲਾ। ਪਲਾਸੀ ਲੜਾਈ ਕਿਹਦੇ ਵਿੱਚ ਹੋਈ? ਬੰਗਾਲ ਦੇ ਨਵਾਬ ਸਰਾਜੂਦੋਲਾ ਦੇ ਵਿੱਚ। ਦੂਸਰਾ ਅੰਗਰੇਜ਼ਾਂ ਦੇ ਵਿੱਚ। ਦੂਸਰਾ ਕੌਣ ਸੀ? ਅੰਗਰੇਜ਼ਾਂ ਕਨੀਓ ਰਿਪਰੈਜ਼ੈਂਟੇਟਿਵ ਕੌਣ ਸੀ? ਰਾਬਰਟ ਕਲਾਈਵ। ਸੋ ਪ੍ਰਸ਼ਨ ਆ ਜਾਂਦਾ, ਪਲਾਸੀ ਦੀ ਲੜਾਈ ਕਿਹਦੇ ਵਿਚਕਾਰ ਹੋਈ? ਬੰਗਾਲ ਦੇ ਨਵਾਬ ਸਰਾਜੂਦੋਲਾ ਅਤੇ ਅੰਗਰੇਜ਼ਾਂ ਦੇ ਵਿਚਕਾਰ। ਹੁਣ ਲੜਾਈ ਦੇ ਦੌਰਾਨ ਕੀ ਹੋਇਆ? ਜਿਹੜੇ ਬੰਗਾਲ ਦਾ ਨਵਾਬ ਸਰਾਜੂਦੋਲਾ ਸੀ, ਉਹਦੇ ਦੋ ਸੈਨਾਪਤੀ ਸੀ, ਜਿਹਦੇ ਵਿੱਚੋਂ ਮੀਰ ਜਾਫਰ ਅਤੇ ਰਾਏ ਦੁਰਲਭ, ਇਹ ਧੋਖਾ ਦੇ ਕੇ ਅੰਗਰੇਜ਼ਾਂ ਨਾਲ ਇਹਨਾਂ ਨੇ ਮਿਲੀ ਭੁਗਤ ਕਰਕੇ ਯੁੱਧ ਦੇ ਵਿੱਚੋਂ ਭੱਜ ਗਏ। ਨਵਾਬ ਵਿਚਾਰਾ ਇਕੱਲਾ ਰਹਿ ਗਿਆ। ਤਾਂ ਕਿਹਦੀ ਹਾਰ ਹੋਈ? ਨਵਾਬ ਦੀ ਹਾਰ ਹੋਈ। ਜਿੱਤੇ ਕੌਣ? ਅੰਗਰੇਜ਼ ਜਿੱਤ ਗਏ, ਰਾਬਰਟ ਕਲਾਈਵ ਦੀ ਸੈਨਾ ਜਿੱਤ ਗਈ। ਸੋ ਸਿੱਟਾ ਕੀ ਨਿਕਲਿਆ? ਪਲਾਸੀ ਲੜਾਈ ਦਾ ਸਿੱਟਾ ਕੀ ਨਿਕਲਿਆ? ਬੰਗਾਲ ਦੇ ਨਵਾਬ ਸਰਾਜੂਦੋਲਾ ਦੀ ਹਾਰ ਹੋਈ, ਇੰਗਲੈਂਡ ਜਿੱਤ ਗਿਆ। ਇੰਗਲੈਂਡ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਈਸਟ ਇੰਡੀਆ ਕੰਪਨੀ ਦੇ, ਉਹ ਅੰਗਰੇਜ਼ ਜਿੱਤ ਗਏ। ਉਹਨਾਂ ਨੇ ਕੀ ਕੀਤਾ? ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਘੋਸ਼ਿਤ ਕਰ ਦਿੱਤਾ। ਕਿਉਂਕਿ ਹੁਣ ਉਹ ਮੀਰ ਜਾਫਰ ਪਹਿਲਾਂ ਹੀ ਉਹਨਾਂ ਨਾਲ ਰਲਿਆ ਵਾ ਸੀ, ਉਹ ਉਹਨਾਂ ਦੇ ਹੱਥ ਦੀ ਕਠਪੁਤਲੀ ਬਣ ਗਿਆ। ਤਾਂ ਬੰਗਾਲ ਦੇ ਉੱਤੇ ਲਗਭਗ ਕਬਜ਼ਾ ਕਿਹਦਾ ਹੋ ਗਿਆ? ਈਸਟ ਇੰਡੀਆ ਕੰਪਨੀ ਦਾ ਹੋ ਗਿਆ। ਬਾਅਦ ਦੇ ਵਿੱਚ ਗੱਲ ਹੁੰਦੀ ਹੈ ਵੀ ਫਿਰ ਮੀਰ ਜਾਫਰ ਨੂੰ ਇਹਨਾਂ ਨੇ ਉਤਾਰ ਕੇ ਮੀਰ ਕਾਸਮ ਨੂੰ ਬਣਾਤਾ, ਫਿਰ ਬਦਲ ਦਿੱਤਾ, ਫਿਰ ਮੀਰ ਜਾਫਰ ਨੂੰ ਲਿਆਏ। ਸੋ ਅੰਗਰੇਜ਼ ਆਪਦੇ ਅਕੋਰਡਿੰਗਲੀ ਦੇਖਦੇ ਸੀ ਵੀ ਜਿਹਨੂੰ ਲੋੜ ਹੁੰਦੀ ਸੀ ਉਸ ਹਿਸਾਬ ਨਾਲ ਉਹ ਉੱਥੇ ਉਹਨੂੰ ਰਾਜਾ ਬਣਾ ਦਿੰਦੇ ਸੀ। ਜਿਹੜਾ ਉਹਨਾਂ ਦੀ ਗੱਲ ਮੰਨ ਲੈਂਦਾ ਸੀ ਉਹਨੂੰ ਰੱਖ ਲੈਂਦੇ ਸੀ, ਜਿਹੜਾ ਗੱਲ ਨਹੀਂ ਮੰਨਦਾ ਸੀ ਉਹਨੂੰ ਫਿਰ ਗੱਦੀ ਤੋਂ ਉਤਾਰ ਦਿੰਦੇ ਸੀ। ਸੋ ਬੇਟਾ, ਪਲਾਸੀ ਦੀ ਲੜਾਈ 23 ਜੂਨ 1757 ਨੂੰ ਹੋਈ। ਬੰਗਾਲ ਦੇ ਨਵਾਬ ਸਰਾਜੂਦੋਲਾ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਈ। ਜਿੱਤਿਆ ਕੌਣ? ਦੇ ਵਿੱਚ ਅੰਗਰੇਜ਼ ਜਿੱਤੇ। ਅੰਗਰੇਜ਼ਾਂ ਦਾ ਰਿਪਰੈਜ਼ੈਂਟੇਟਿਵ ਕੌਣ ਸੀ? ਲਾਰਡ ਕਲਾਈਵ ਸੀ। ਠੀਕ ਹੈ। ਇਸ ਤੋਂ ਮਗਰੋਂ ਲਾਰਡ ਕਲਾਈਵ ਨੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ। ਹੁਣ ਬੇਟਾ, ਜਿਹੜੀ ਬੰਗਾਲ ਆਪਣੇ ਪਲਾਸੀ ਦੀ ਲੜਾਈ ਸੀ, ਇਸ ਤੋਂ ਮਗਰੋਂ ਇੱਕ ਹੋਰ ਯੁੱਧ ਹੋਇਆ, ਬਕਸਰ ਦਾ ਯੁੱਧ। ਇਹ ਵੀ ਬੜਾ ਇੰਪੋਰਟੈਂਟ ਹੈ। ਬਕਸਰ ਦਾ ਯੁੱਧ, ਇਹ 23 ਅਕਤੂਬਰ 1764 ਈਸਵੀ ਨੂੰ ਹੋਇਆ। ਹੁਣ ਦੇਖੋ, ਪਲਾਸੀ ਲੜਾਈ ਦੇ ਸਿੱਟੇ ਦੇ ਵਿੱਚੋਂ ਕੀ ਨਿਕਲਿਆ ਸੀ? ਮੀਰ ਕਾਸਮ ਆਇਆ ਸੀ। ਤਾਂ ਉਹ ਜਿਹੜਾ ਪਹਿਲਾਂ ਮੀਰ ਕਾਸਮ ਸੀਗਾ, ਮੀਰ ਕਾਸਮ ਅਵਧ ਦਾ ਨਵਾਬ ਸੁਜਾਊਦੋਲਾ ਤੇ ਸ਼ਾਹ ਆਲਮ ਦੂਜਾ, ਇਹ ਤਿੰਨ ਜਣੇ ਇੱਕ ਪਾਸੇ ਸੀ। ਦੂਜੇ ਪਾਸੇ ਕੌਣ ਸੀ? ਅੰਗਰੇਜ਼ ਅਫਸਰ ਸੀ। ਅੰਗਰੇਜ਼ੀ ਸੈਨਾਵਾਂ ਸੀਗੀਆਂ। ਅੰਗਰੇਜ਼ ਅਫਸਰ ਕਿਹੜਾ ਸੀ ਉਸ ਸਮੇਂ? ਮੇਜਰ ਮੁਨਰੋ। ਇਹਨਾਂ ਦੇ ਵਿਚਕਾਰ ਇਹ ਬਕਸਰ ਦਾ ਯੁੱਧ ਹੋਇਆ। ਪਰ ਬਕਸਰ ਦੇ ਯੁੱਧ ਵਿੱਚ ਵੀ ਜਿੱਤ ਕੌਣ ਗਏ? ਅੰਗਰੇਜ਼ ਜਿੱਤ ਗਏ। ਸੋ ਉਹਦੇ ਬਕਸਰ ਦੇ ਯੁੱਧ ਵਿੱਚ ਕੀ ਹੋਇਆ? ਇਹ ਜਿਹੜਾ ਮੀਰ ਕਾਸਮ ਸੀ ਉੱਥੋਂ ਵੀ ਭੱਜ ਗਿਆ, ਹੈ ਨਾ। ਸੁਜਾਊਦੋਲਾ ਸੀ, ਸ਼ਾਹ ਆਲਮ ਸੀ, ਇਹਨਾਂ ਨੂੰ ਅੰਗਰੇਜ਼ਾਂ ਨਾਲ ਸੰਧੀ ਕਰ ਲਈ। ਉਰੇ ਸੰਧੀ ਕਰ ਲਈ, ਨਹੀਂ ਸ਼ਬਦ ਹੈਗਾ, ਉਰੇ ਕੀ ਆਊਗਾ? ਸੰਧੀ ਕਰ ਲਈ ਗਈ। ਮੀਰ ਕਾਸਮ ਭੱਜ ਗਿਆ, ਹੈ ਨਾ। ਫਿਰ ਇਹਨਾਂ ਦੇ ਵਿੱਚ ਇਲਾਹਾਬਾਦ ਦੀ ਸੰਧੀ ਹੋਈ, ਜਿਹੜੀ 1765 ਈਸਵੀ ਦੇ ਵਿੱਚ ਹੋਈ। ਉਹਨੂੰ ਬੋਲਦੇ ਨੇ ਇਲਾਹਾਬਾਦ ਦੀ ਸੰਧੀ।
ਹੁਣ ਇਹਦੇ ਸਿੱਟੇ ਕੀ ਨਿਕਲੇ? ਈਸਟ ਇੰਡੀਆ ਕੰਪਨੀ ਨੂੰ ਅਵਧ ਵਿੱਚ ਬਿਨਾਂ ਕਰ ਵਪਾਰ ਕਰਨ ਦੀ ਪ੍ਰਵਾਨਗੀ ਮਿਲ ਗਈ। ਜਦੋਂ ਜਿੱਤੀ ਗਏ, ਕਬਜ਼ਾ ਉਹਨਾਂ ਦਾ ਹੋ ਗਿਆ, ਤਾਂ ਉਹਨਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ ਸੀ, ਵਪਾਰ ਰੋਕ ਟੋਕ ਵਪਾਰ ਕਰਨ ਲੱਗ ਪਏ। ਅਵਧ ਵਿੱਚ ਜਿਹੜਾ ਰਾਜਾ ਉਹਨਾਂ ਨੇ ਬਣਾਇਆ ਉਹਨੂੰ ਅੰਗਰੇਜ਼ੀ ਸੇਨਾ ਰੱਖਣੀ ਪਈ, ਉਹਦਾ ਖਰਚਾ ਭਰਨਾ ਪਿਆ, ਇਹ ਵੀ ਉੱਥੇ ਕੰਪਲਸ਼ਨ ਹੋ ਗਈ ਹੈ ਨਾ। ਸ਼ਾਹ ਆਲਮ ਨੇ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਹੈ ਜਿਹੜੀ ਉਹ ਅੰਗਰੇਜ਼ਾਂ ਨੂੰ ਦੇ ਦਿੱਤੀ। ਭਾਵ ਉੱਥੋਂ ਦਾ ਮਾਲੀਆ ਇਕੱਠਾ ਕਰਨ ਦਾ ਅਧਿਕਾਰ ਕਿਹਨੂੰ ਮਿਲ ਗਿਆ? ਅੰਗਰੇਜ਼ਾਂ ਨੂੰ ਮਿਲ ਗਿਆ। ਉਹ ਵਿਚਾਰੇ ਗੁਲਾਮ ਹੀ ਹੋ ਗਏ ਸੀ ਅੰਗਰੇਜ਼ਾਂ ਦੇ ਜਦੋਂ ਹਾਰ ਹੀ ਗਏ ਸੀ। ਫਿਰ ਮੀਰ ਕਾਸਿਮ ਨੂੰ ਗੱਦੀ ਤੋਂ, ਉਹ ਆਪਾਂ ਪਹਿਲਾਂ ਕਹਿੰਦਾ ਸੀ ਮੀਰ ਜਾਫਰ ਨੂੰ ਬਣਾਇਆ, ਫਿਰ ਉਹਦੇ ਦਿਮਾਗ ਮੀਰ ਕਾਸਿਮ ਨੂੰ ਬਣਾ ਦਿੱਤਾ। ਫਿਰ ਜਦੋਂ ਇਹਨੇ ਕੋਈ ਮਾੜਾ ਮੋਟੀ ਵਿਰੋਧਤਾ ਕੀਤੀ ਤਾਂ ਇਹਨਾਂ ਨੇ ਫਿਰ ਹਟਾ ਕੇ ਵਾਪਸ ਫਿਰ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ। ਭਾਵ ਕਠਪੁਤਲੀਆਂ ਵਾਂਗੂ ਇਹ ਸਾਡੇ ਭਾਰਤ ਦੇ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਨੂੰ ਆਪਦੀ ਮਰਜ਼ੀ ਦੇ ਨਾਲ ਉਵੇਂ ਘੁਮਾਉਂਦੇ ਸੀ, ਉਵੇਂ ਹਟਾ ਦਿੰਦੇ ਸੀ, ਉਵੇਂ ਹੀ ਲਗਾ ਦਿੰਦੇ ਸੀ। ਸੋ ਦੂਸਰਾ ਯੁੱਧ ਜਿਹੜਾ ਵੱਡਾ ਹੋਇਆ ਬਕਸਰ ਦਾ ਯੁੱਧ 1764 ਦੇ ਵਿੱਚ ਹੋਇਆ। ਬੇਟਾ ਦੇਖੋ, ਇੱਕ ਪਲਾਸੀ ਦੀ ਲੜਾਈ ਸੀ 1757 ਵਾਲੀ, ਦੂਸਰਾ ਆ ਗਿਆ ਬਕਸਰ ਦਾ ਯੁੱਧ 1764। ਦੋਨਾਂ ਜਿੱਤੇ ਕੌਣ? ਈਸਟ ਇੰਡੀਆ ਕੰਪਨੀ, ਅੰਗਰੇਜ਼ ਜਿੱਤ ਗਏ। ਹੁਣ ਇਹਨਾਂ ਦੋਨਾਂ ਯੁੱਧਾਂ ਦਾ ਸਿੱਟਾ ਕੀ ਨਿਕਲਿਆ? ਬੰਗਾਲ ਦੇ ਉੱਤੇ ਲਗਭਗ ਕਬਜ਼ਾ ਕਿਹਨਾਂ ਦਾ ਹੋ ਗਿਆ? ਈਸਟ ਇੰਡੀਆ ਕੰਪਨੀ ਦਾ ਹੋ ਗਿਆ। ਸਾਰਾ ਪੱਛਮੀ ਬੰਗਾਲ ਵਾਲੀ ਸਾਈਡ ਜਿਹੜੀ ਕਿਤੇ ਹੈ। ਪਲਾਸੀ ਅਤੇ ਬਕਸਰ ਦੀਆਂ ਜਿੱਤਾਂ ਤੋਂ ਪਿੱਛੋਂ ਈਸਟ ਇੰਡੀਆ ਕੰਪਨੀ ਬੰਗਾਲ ਦੀ ਵਾਸਤਵਿਕ ਸ਼ਾਸਕ ਬਣ ਗਈ। ਸਹੀ ਗੱਲ ਹੈ, ਲਗਭਗ ਸਾਰਾ ਕਬਜ਼ਾ ਕਿਹਨਾਂ ਨੇ ਕਰ ਲਿਆ ਸੀ? ਈਸਟ ਇੰਡੀਆ ਕੰਪਨੀ ਦਾ ਹੋ ਗਿਆ ਸੀ, ਹੈ ਨਾ। ਸੈਨਿਕ ਅਤੇ ਮਾਲਕੀਆ ਪ੍ਰਬੰਧ ਵੀ ਕੰਪਨੀ ਦੇ ਅਧਿਕਾਰ ਹੇਠ ਚਲਾ ਗਿਆ। ਸਾਰਾ ਸੈਨਿਕ ਸ਼ਕਤੀ ਵੀ ਸਾਰੀ ਉਹਨਾਂ ਕੋਲੇ ਆ ਗਈ। ਧਨ ਦੌਲਤ, ਟੈਕਸ ਲਾਉਣ ਦਾ, ਟੈਕਸ ਪ੍ਰਾਪਤ ਕਰਨ ਦਾ ਅਧਿਕਾਰ ਵੀ ਕੰਪਨੀ ਨੂੰ ਮਿਲ ਗਿਆ। ਨਵਾਬ ਨੂੰ ਸਿਵਲ ਪ੍ਰਸ਼ਾਸਨ ਕਰਨ ਦੀ ਜ਼ਿੰਮੇਵਾਰੀ ਦੇ ਦਿੱਤੀ, ਵੀ ਉਹਨੂੰ ਦੇਖ ਰੇਖ ਕਰਨ ਵਾਸਤੇ ਉੱਥੇ ਰੱਖ ਦਿੱਤਾ ਗਿਆ। ਕਠਪੁਤਲੀ ਸੀ ਨਵਾਬ ਉਹਨਾਂ ਦਾ। ਨਾਲ ਹੀ ਉਹਨਾਂ ਨੇ ਕੀ ਕੀਤਾ? ਮੁਹੰਮਦ ਰਜ਼ਾ ਹੈ ਨਾ ਤੇ ਮਿਆਇਤ ਰਾਏ ਨੂੰ ਨਾਮੀ ਦੇ 2 ਡਿਪਟੀ ਨਵਾਬ ਵੀ ਨਿਯੁਕਤ ਕਰ ਦਿੱਤੇ। ਇੱਕ ਨਵਾਬ, ਫਿਰ ਉਹਦੇ ਗਾਹਾਂ 2 ਹੋਰ ਡਿਪਟੀ ਨਵਾਬ ਨਿਯੁਕਤ ਕਰ ਦਿੱਤੇ। ਸੋ ਇਹ ਜਿਹੜਾ ਸਿਸਟਮ ਸੀ ਬੇਟਾ, ਨਵਾਬ ਰੱਖਣਾ ਤੇ ਉਹਦੇ ਨਾਲ 2 ਹੋਰ ਡਿਪਟੀ ਨਵਾਬ ਲਾ ਦੇਣੇ। ਅਸਲ ਵਿੱਚ ਸਭ ਸ਼ਕਤੀ ਕਿਹਦੇ ਕੋਲੇ ਸੀ? ਅੰਗਰੇਜ਼ਾਂ ਕੋਲੇ ਸੀ, ਈਸਟ ਇੰਡੀਆ ਕੰਪਨੀ ਕੋਲੇ ਸੀ। ਇਸ ਸਾਰੇ ਨੂੰ ਅਸੀਂ ਕੀ ਬੋਲਦੇ ਹਾਂ? ਦੋਹਰੀ ਸ਼ਾਸਨ ਪ੍ਰਣਾਲੀ। ਸੋ ਇਹ ਕਿੱਥੇ ਲਾਗੂ ਕੀਤੀ ਗਈ ਸੀ? ਬੰਗਾਲ ਦੇ ਵਿੱਚ। ਬੰਗਾਲ ਦੇ ਵਿੱਚ ਇਹ ਜਿਹੜਾ ਸ਼ਾਸਨ ਪ੍ਰਣਾਲੀ ਕੀਤੀ ਗਈ ਸੀ, ਨਵਾਬ ਦੇ ਨੀਚੇ 2 ਹੋਰ ਉਪ ਨਵਾਬ, ਡਿਪਟੀ ਨਵਾਬ ਲਵਾ ਦਿੱਤੇ ਗਏ ਸੀ। ਇਹ ਸਾਰੇ ਸਿਸਟਮ ਨੂੰ ਅਸੀਂ ਕੀ ਬੋਲਦੇ ਹਾਂ? ਦੋਹਰੀ ਸ਼ਾਸਨ ਪ੍ਰਣਾਲੀ, ਜੋ ਬੰਗਾਲ ਦੇ ਵਿੱਚ ਲਾਗੂ ਕਰ ਦਿੱਤੀ ਗਈ। ਪਰ 1772 ਦੇ ਵਿੱਚ ਜਾ ਕੇ ਇਸ ਦੋਹਰੀ ਸ਼ਾਸਨ ਪ੍ਰਣਾਲੀ ਨੂੰ ਅੰਤ ਵੀ ਕਰ ਦਿੱਤਾ ਗਿਆ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦਾ ਅੰਤ ਕਦੋਂ ਕੀਤਾ ਗਿਆ? 1772 ਈਸਵੀ ਵਿੱਚ। ਸੋ ਆਪਾਂ ਬੇਟਾ ਪਲਾਸੀ ਦੀ ਲੜਾਈ ਦੇਖੀ, ਫਿਰ ਬਕਸਰ ਦਾ ਯੁੱਧ ਦੇਖਿਆ। ਉਹਦੇ ਸਿੱਟੇ ਆਪਾਂ ਨੇ ਕੀ ਕੱਢੇ? ਵੀ ਬੰਗਾਲ ਉੱਤੇ ਲਗਭਗ ਈਸਟ ਇੰਡੀਆ ਕੰਪਨੀ ਦਾ ਪੂਰਾ ਮੁਕੰਮਲ ਕਬਜ਼ਾ ਹੋ ਗਿਆ। ਬੰਗਾਲ ਉੱਤੇ ਈਸਟ ਇੰਡੀਆ ਕੰਪਨੀ ਦਾ ਸਿੱਧਾ ਸ਼ਾਸਨ ਪ੍ਰਬੰਧ ਲਾਗੂ ਹੋ ਗਿਆ। ਇਹਨਾਂ ਦੋਨੇ ਯੁੱਧਾਂ ਦਾ ਸਿੱਟਾ ਕੀ ਨਿਕਲਿਆ? ਨਵਾਂ ਗਵਰਨਰ ਜਨਰਲ ਸੀ ਜਿਹੜਾ ਵਾਰ ਹੈਸਟਿੰਗ, ਉਸਨੇ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ। ਸੋ ਬੇਟਾ ਇਹਨਾਂ ਸਥਿਤੀਆਂ ਤੋਂ ਮਗਰੋਂ ਭਾਰਤ ਦੇ ਵਿੱਚ ਅੰਗਰੇਜ਼ੀ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹ ਵਪਾਰ ਕਰਨ ਆਈ ਸੀ। ਵਪਾਰ ਕਰਦੇ ਕਰਦੇ ਹੁਣ ਉਹ ਸ਼ਾਸਨ ਵੀ ਕਰਨ ਲੱਗ ਗਈ। ਮਾਲੀਆ ਪ੍ਰਬੰਧ ਵੀ ਉਹਦੇ ਕੋਲੇ ਆ ਗਏ। ਨਵਾਬਾਂ ਦੇ ਉੱਤੇ ਵੀ ਉਹਨਾਂ ਦਾ ਕਬਜ਼ਾ ਹੋ ਗਿਆ, ਕਿਉਂਕਿ ਨਵਾਬ ਉਹਨਾਂ ਦੇ ਕਠਪੁਤਲੀ ਬਣ ਗਏ ਸੀ। ਇਸ ਤਰ੍ਹਾਂ ਜਿਹੜਾ ਭਾਰਤ ਸੀਗਾ, ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਵਾਰਨ ਹੈਸਟਿੰਗ ਨੇ ਭਾਰਤ ਦੀਆਂ ਹੋਰ ਵੱਖ-ਵੱਖ ਰਿਆਸਤਾਂ ਨੂੰ ਈਸਟ ਇੰਡੀਆ ਕੰਪਨੀ ਦੇ ਅਧੀਨ ਲਿਆਉਣਾ ਸ਼ੁਰੂ ਕਰ ਦਿੱਤਾ। ਤਾਂ ਈਸਟ ਇੰਡੀਆ ਕੰਪਨੀ ਦਾ ਸਾਮਰਾਜ ਸਥਾਪਿਤ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਸੋ ਇਸ ਚੈਪਟਰ ਦੇ ਵਿੱਚ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਸੀ ਉਹ ਹਾਲੇ ਤੱਕ ਆਪਾਂ ਨੇ ਇੰਨੀਆਂ ਕੁ ਪੜ੍ਹ ਲਈਆਂ। ਅਗਲੀ ਜਿਹੜੀ ਆਪਾਂ ਇਹਦੀ ਵੀਡੀਓ ਲੈ ਕੇ ਆਵਾਂਗੇ ਉਹਦੇ ਵਿੱਚ ਆਪਾਂ ਅੰਗਰੇਜ਼ੀ ਸਾਮਰਾਜ, ਜਿਹੜੀ ਈਸਟ ਇੰਡੀਆ ਕੰਪਨੀ ਦਾ ਸਾਮਰਾਜ ਦਾ ਵਿਸਥਾਰ ਪੜ੍ਹਾਂਗੇ, ਵੀ ਕਿਵੇਂ ਅੰਗਰੇਜ਼ ਅਫਸਰਾਂ ਨੇ, ਈਸਟ ਇੰਡੀਆ ਕੰਪਨੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਨੇ ਭਾਰਤ ਦੇ ਵੱਖ-ਵੱਖ ਨਵਾਬਾਂ ਨੂੰ ਆਪਣੇ ਅਧੀਨ ਕੀਤਾ। ਕਿਵੇਂ ਈਸਟ ਇੰਡੀਆ ਕੰਪਨੀ ਨੇ ਪੂਰੇ ਭਾਰਤ ਦੇ ਉੱਤੇ ਆਪਣਾ ਰਾਜ ਸਥਾਪਿਤ ਕੀਤਾ। ਬੇਟਾ ਗੱਲ ਯਾਦ ਰੱਖਿਓ, ਈਸਟ ਇੰਡੀਆ ਕੰਪਨੀ 31 ਦਸੰਬਰ 1600 ਨੂੰ ਸਥਾਪਿਤ ਕੀਤੀ ਗਈ ਸੀ ਭਾਰਤ ਦੇ ਵਿੱਚ। ਉਹਦਾ ਮੁੱਖ ਮਕਸਦ ਕੀ ਸੀ? ਮੁੱਖ ਮਕਸਦ ਇੱਕ ਤੋਂ ਸੀ ਵਪਾਰ ਕਰਨਾ। ਪਰ ਭਾਰਤ ਦੇ ਹਾਲਾਤ ਦੇਖ ਕੇ ਸਮਾਜਿਕ, ਆਰਥਿਕ, ਰਾਜਨੀਤਿਕ ਹਾਲਾਤਾਂ ਦਾ ਫਾਇਦਾ ਉਠਾਉਂਦੇ ਹੋਏ ਉਹ ਹੌਲੀ ਅੰਗਰੇਜ਼ਾਂ ਨੇ ਇੱਥੋਂ ਦੇ ਸਾਰੇ ਕੁਝ ਆਪਣੇ ਅਧੀਨ ਕਰ ਲਿਆ। ਇੱਥੋਂ ਦੇ ਵਪਾਰ ਦੇ ਨਾਲ ਨਾਲ ਰਾਜਨੀਤਿਕ ਇੰਟਰਫੇਰੈਂਸ ਕਰਨ ਲੱਗੇ, ਸਮਾਜਿਕ, ਧਾਰਮਿਕ, ਹਰ ਇੱਕ ਤਰ੍ਹਾਂ ਦੀ ਇੰਟਰਫੇਰੈਂਸ ਕਰਕੇ ਉਹਨਾਂ ਨੇ ਪੂਰੇ ਭਾਰਤ ਉੱਤੇ ਕਬਜ਼ਾ ਕੀਤਾ। ਕਿਵੇਂ ਕੀਤਾ ਉਹ ਆਪਾਂ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਪੜ੍ਹਾਂਗੇ। ਸੋ ਇਸ ਦੇ ਵਿੱਚ ਜਿੰਨੀਆਂ ਵੀ ਇੰਪੋਰਟੈਂਟ ਚੀਜ਼ਾਂ ਸੀ ਉਹ ਤੁਸੀਂ ਨਾਲ ਦੀ ਨਾਲ ਨੋਟ ਕਰ ਲੈਣੀ ਸੀ। ਕੁਝ ਡੇਟਸ ਇੰਪੋਰਟੈਂਟ ਨੇ, ਕੁਝ ਯੁੱਧ ਇੰਪੋਰਟੈਂਟ ਨੇ, ਉਹਨਾਂ ਦੇ ਸਿੱਟੇ ਕੀ ਨਿਕਲੇ। ਸੋ ਇਹ ਸਾਰੇ ਕੁਝ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਜਾਂ NMMS ਦੇ ਜਿਹੜੇ ਤੁਸੀਂ ਐਗਜ਼ਾਮ ਦਿੰਦੇ ਹੋ ਉਹਦੇ ਵਿੱਚ ਵੀ ਸ਼ਾਰਟ ਕੁਐਸਚਨ ਦੇ ਵਿੱਚੋਂ ਆਉਂਦੇ ਨੇ। ਉਮੀਦ ਹੈ ਵੀ ਤੁਹਾਨੂੰ ਇਹ ਵੀਡੀਓ ਸਮਝ ਆ ਗਈ ਹੋਊਗੀ। ਇਸ ਨੂੰ 1-2 ਵਾਰ ਦੇਖੋ ਤਾਂ ਜਿਹੜੇ ਇਹਦੇ ਇੰਪੋਰਟੈਂਟ ਟੌਪਿਕਸ ਨੇ ਉਹ ਤੁਸੀਂ ਨੋਟ ਵੀ ਕਰ ਸਕਦੇ ਹੋ। ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਪੜ੍ਹਾਂਗੇ ਈਸਟ ਇੰਡੀਆ ਕੰਪਨੀ ਦਾ ਵਿਸਥਾਰ, ਉਹਨਾਂ ਨੇ ਕਿਵੇਂ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਆਪਣੇ ਅਧੀਨ ਕੀਤਾ। So thank you very much. Stay home, stay safe. Bye bye. Take care.